Hi, welcome to my YouTube channel. My name is Dr. Keshavan Patyar. Today we are going to discuss hemolytic anemia, which comes under the heading of etiological classification of anemia. Hemolytic anemia, as the name indicates, lytic या lysis means breakup. तो लाइसिस ਦਾ ਮਤਲਬ ਹੁੰਦਾ ਟੁੱਟਣਾ ਜਾਂ ਬ੍ਰੇਕਡਾਊਨ। ਹੀਮੋ ਦਾ ਮਤਲਬ ਹੋ ਗਿਆ ਹੀਮ ਕੰਟੇਨਿੰਗ ਸੈੱਲ। ਜਦੋਂ ਆਰਬੀਸੀ ਸੈੱਲਸ ਟਾਈਮ ਤੋਂ ਪਹਿਲਾਂ ਉਹਨਾਂ ਦੀ ਲਾਈਸਿਸ ਹੋ ਜਾਵੇ ਤਾਂ ਉਹਨੂੰ ਉਸ ਟਾਈਪ ਦੀ ਅਨੀਮੀਆ ਨੂੰ ਅਸੀਂ ਹੀਮੋਲਿਟਿਕ ਅਨੀਮੀਆ ਕਹਿੰਦੇ ਹਾਂ। ਹੀਮੋਲਾਈਸਿਸ ਮੀਨ ਡਿਸਟਰਕਸ਼ਨ ਆਫ ਆਰਬੀਸੀਜ਼। ਅਨੀਮੀਆ ਡਿਊ ਟੂ excessive hemolysis which is not compensated by increased RBC production is called hemolytic anemia. It is classified into mainly two types: intrinsic hemolytic anemia and extrinsic hemolytic anemia. ਸੋ ਹੀਮੋਲਾਈਸਿਸ ਕੀ ਹੁੰਦਾ? ਆਰਬੀਸੀਜ਼ ਦਾ ਟੁੱਟਣਾ, ਛੇਤੀ ਬ੍ਰੇਕਡਾਊਨ ਹੋ ਜਾਣਾ, ਨਸ਼ਟ ਹੋ ਜਾਣਾ। ਅਨੀਮੀਆ ਜਿਹੜਾ ਹੀਮੋਲਾਈਸਿਸ ਕਰਕੇ ਹੁੰਦਾ ਉਹ ਮੋਸਟਲੀ ਕੰਪਨਸੇਟ ਨਹੀਂ ਹੁੰਦਾ ਆਰਬੀਸੀਜ਼ ਦੀ ਜ਼ਿਆਦਾ ਪ੍ਰੋਡਕਸ਼ਨ ਹੋਣ ਨਾਲ। ਵੈਸੇ ਨੋਰਮਲੀ ਸਾਡੀ ਬਾਡੀ ਦੇ ਵਿੱਚ ਜਿੰਨੇ ਆਰਬੀਸੀਜ਼ ਆਪਣੀ ਪੂਰੀ ਉਮਰ ਖ਼ਤਮ ਕਰਕੇ, ਆਪਣੀ ਲਾਈਫ ਸਪੈਨ ਖ਼ਤਮ ਕਰਕੇ 120 ਦਿਨਾਂ ਦਾ ਖ਼ਤਮ ਹੁੰਦੇ ਆ ਤਾਂ ਉਹਨਾਂ ਨੂੰ ਰਿਪਲੇਸ ਨਵੇਂ ਸੈੱਲਸ ਜਿਹੜੇ ਹੈਗੇ ਆਰਬੀਸੀ ਸੈੱਲਸ ਕਰ ਦਿੰਦੇ ਆ। ਬਟ ਇਸ ਦੇ ਵਿੱਚ ਕੀ ਆ, ਬ੍ਰੇਕਡਾਊਨ ਲਾਈਸਿਸ ਰੇਟ ਜ਼ਿਆਦਾ ਵੱਧ ਜਾਂਦੀ ਹੈ ਅਤੇ ਨਵੇਂ ਜਿਹੜੇ ਆਰਬੀਸੀਜ਼ ਬਣ ਰਹੇ ਆ ਉਹ ਉਹਨਾਂ ਦੀ ਕਮੀ ਨੂੰ ਪੂਰਾ ਨਹੀਂ ਕਰ ਪਾਉਂਦੇ। ਸੋ ਇਹਨੂੰ ਬੇਸਿਕਲੀ ਦੋ ਹਿੱਸਿਆਂ ਦੀ ਕਿਸਮਾਂ ਵਿੱਚ ਵੰਡਿਆ ਜਾ ਸਕਦਾ, ਇੱਕ ਐਕਸਟ੍ਰਿੰਸਿਕ ਹੈਮੋਲਿਟਿਕ ਅਨੀਮੀਆ ਅਤੇ ਇੰਟ੍ਰਿੰਸਿਕ ਹੈਮੋਲਿਟਿਕ ਅਨੀਮੀਆ। ਕਈ ਵਾਰ ਤੀਸਰੀ ਟਾਈਪ ਵੀ ਐਡ ਕੀਤੀ ਜਾਂਦੀ ਹੈ ਜਿਹਨੂੰ ਐਨਜ਼ਾਈਮੈਟਿਕ ਡਿਫੈਕਟ G6PD-H ਡੈਫੀਸ਼ੀਐਂਸੀ ਦੀ ਕਰਕੇ ਵੀ ਅਨੀਮੀਆ ਨੂੰ ਕਿਹਾ ਜਾ ਸਕਦਾ। ਕਈ ਬੁੱਕਸ ਦੇ ਵਿੱਚ ਇਹਨੂੰ ਇਸ ਸੈਟਿੰਗ ਦੇ ਅੰਡਰ ਇੰਟਰੋਡਿਊਸ ਕੀਤਾ ਜਾਂਦਾ, ਕਈਆਂ ਦੇ ਵਿੱਚ ਇਹਨੂੰ ਸੈਪਰੇਟਲੀ ਡਿਸਕਸ ਕੀਤਾ ਜਾਂਦਾ। ਸੋ ਐਨਜ਼ਾਈਮੈਟਿਕ ਡਿਫੈਕਟ ਜਿਹੜਾ ਹੁੰਦਾ, ਮੇਨਲੀ ਐਨਜ਼ਾਈਮ ਡਿਫੈਕਟ ਜਿਹੜਾ ਹੁੰਦਾ ਗਲੂਕੋਜ਼ 6 ਫਾਸਫੇਟ ਡੀਹਾਈਡਰੋਜਨੇਜ਼, ਇਹਦੇ ਐਨਜ਼ਾਈਮ ਦੀ ਕਮੀ ਕਰਕੇ ਆਰਬੀਸੀਜ਼ ਟਾਈਮ ਤੋਂ ਪਹਿਲਾਂ ਨਸ਼ਟ ਹੋਣਾ ਸ਼ੁਰੂ ਹੋ ਜਾਂਦੇ ਆ, ਖਤਮ ਹੋਣਾ ਸ਼ੁਰੂ ਹੋ ਜਾਂਦੇ, ਉਹਨੂੰ ਆਪਾਂ ਹੀਮੋਲਿਟਿਕ ਅਨੀਮੀਆ ਕਹਾਂਗੇ। ਸੋ ਨਾਓ ਕਮਿੰਗ ਟੂ ਦਾ ਫਸਟ ਟਾਈਪ, ਐਕਸਟ੍ਰਿੰਸਿਕ ਹੀਮੋਲਿਟਿਕ ਅਨੀਮੀਆ। ਐਕਸਟ੍ਰਿੰਸਿਕ ਮਤਲਬ ਹੁੰਦਾ ਬਾਹਰਲਾ। So it is the type of anemia caused by destruction of RBCs by external factors. Healthy RBCs are hemolyzed by a factor outside the body cells such as antibodies, chemicals, and drugs. Extrinsic hemolytic anemia is also called autoimmune hemolytic anemia. ਸੋ ਇਹ ਵਾਲਾ ਅਨੀਮੀਆ ਦੇ ਵਿੱਚ ਕੀ ਆ, ਆਰਬੀਸੀਜ਼ ਛੇਤੀ ਖਤਮ ਹੋ ਜਾਂਦੇ ਆ ਆਪਣੇ ਲਾਈਫ ਸਪੈਨ ਤੋਂ ਪਹਿਲਾਂ। ਪਰ ਕਾਹਦੇ ਕਰਕੇ? ਐਕਸਟਰਨਲ ਫੈਕਟਰ ਕਰਕੇ। ਮਤਲਬ ਆਰਬੀਸੀਜ਼ ਦਾ ਕੋਈ ਆਪਣੇ ਨਾਲ ਰਿਲੇਟਡ ਕੋਈ ਫੈਕਟਰ ਨਹੀਂ ਆ, ਕੋਈ ਬਾਹਰੋਂ ਕੋਈ ਫੈਕਟਰ ਹੋਏਗਾ ਜਿਹੜੇ ਕੀ ਆ ਆਰਬੀਸੀਜ਼ ਨੂੰ ਛੇਤੀ ਲਾਈਜ਼ ਕਰ ਦਿੰਦੇ ਆ। ਸੋ ਜਿਹੜੇ ਨੇ ਹੈਲਦੀ ਆਰਬੀਸੀਜ਼ ਹੈਗੇ ਆ ਉਹ ਬਾਹਰਲੇ ਫੈਕਟਰ ਕਰਕੇ ਲਾਈਜ਼ ਹੋ ਜਾਣ, ਟੁੱਟ ਜਾਣ, ਛੇਤੀ ਖਤਮ ਹੋ ਜਾਣ। ਤਾਂ ਕਿਹੜੇ ਫੈਕਟਰ ਹੋ ਸਕਦੇ ਆ ਜਿਹੜੇ ਇਸ 'ਚ ਰੋਲ ਪਲੇ ਕਰਦੇ ਆ? ਐਂਟੀਬਾਡੀਜ਼ ਹੋ ਸਕਦੀਆਂ ਕਈ ਵੇਲੇ ਫੋਰਨ ਸਬਸਟਾਂਸ ਦੇ ਅਗੇਂਸਟ, ਜਾਂ ਫਿਰ ਸਾਡੇ ਆਪਣੇ ਹੀ ਆਰਬੀਸੀਜ਼ ਦੇ ਅਗੇਂਸਟ, ਜਿਹਨੂੰ ਆਪਾਂ ਆਟੋਇਮਿਊਨ ਰਿਸਪੌਂਸ ਕਹਿ ਦਿੰਦੇ ਹਾਂ ਬਾਡੀ ਦਾ, ਉਹ ਹੋ ਸਕਦਾ। ਅਤੇ ਇਸ ਕੇਸ ਵਿੱਚ ਆਪਾਂ ਆਟੋਇਮਿਊਨ ਹੀਮੋਲਿਟਿਕ ਅਨੀਮੀਆ ਕਹਿੰਦੇ ਹਾਂ ਇਸਨੂੰ। ਅਤੇ ਕੋਈ ਕੈਮੀਕਲ ਦਾ ਇੰਟਰੋਡਕਸ਼ਨ ਹੋ ਗਈ ਸਾਡੀ ਬਾਡੀ ਵਿੱਚ ਚਲਾ ਗਿਆ, ਜਾਂ ਕੋਈ ਡਰੱਗ ਖਾਣ ਨਾਲ ਜਿਹਦੇ ਨਾਲ ਕੀ ਆ ਸਾਡੇ ਆਰਬੀਸੀਜ਼ ਜਿਹੜੇ ਆ ਟੁੱਟਣੇ ਸ਼ੁਰੂ ਹੋ ਗਏ। ਇਹ ਕੀ ਆ, ਬਾਹਰਲੇ ਫੈਕਟਰਸ ਆ ਜਿਹੜੇ ਇਨਵੋਲਵ ਹੁੰਦੇ ਹੀਮੋਲਿਟਿਕ ਅਨੀਮੀਆ ਦੇ ਵਿੱਚ। ਅਤੇ ਉਹਨਾਂ ਨੂੰ ਜੇ ਆਪਾਂ ਡਿਸਕਸ ਕਰੀਏ ਕਿਹੜੇ ਆ, ਲਿਵਰ ਫੇਲੀਅਰ ਬਿਮਾਰੀ 'ਚ ਹੋ ਸਕਦਾ, ਰੀਨਲ ਡਿਸਆਰਡਰ ਕਿਡਨੀ ਦੀ ਪ੍ਰੋਬਲਮ ਨਾਲ, ਹਾਈਪਰ ਸਪਲੀਨਿਜ਼ਮ। ਹਾਈਪਰ ਦਾ ਮਤਲਬ ਜ਼ਿਆਦਾ, ਸਪਲੀਨਿਜ਼ਮ ਜਦੋਂ ਸਪਲੀਨ ਜ਼ਿਆਦਾ ਐਕਟਿਵ ਹੋ ਜਾਂਦੀ ਹੈ। ਵੈਸੇ ਤਾਂ ਸਪਲੀਨ ਨੂੰ ਗਰੇਵਯਾਰਡ, ਕਬਰਿਸਤਾਨ ਕਿਹਾ ਜਾਂਦਾ ਸੈੱਲਸ ਵਾਸਤੇ। ਜਦੋਂ ਸੈੱਲਸ ਆਪਣਾ ਪੂਰਾ ਲਾਈਫ ਸਪੈਨ ਕਰ ਲੈਂਦੇ ਖਤਮ, ਤਾਂ ਉਹ ਗਰੇਵਯਾਰਡ 'ਚ ਜਾ ਕੇ, ਕਬਰਿਸਤਾਨ ਜਾ ਕੇ ਖਤਮ ਹੁੰਦੇ ਆ ਅਤੇ ਅਲੱਗ-ਅਲੱਗ ਬਾਇਓਮੋਲੀਕੂਲਸ ਹਿੱਸਿਆਂ ਵਿੱਚ ਟੁੱਟ ਜਾਂਦੇ ਆ। ਕਈ ਵੇਲੇ ਕੀ ਆ, ਸਪਲੀਨ ਜਿਹੜੀ ਆ ਜ਼ਿਆਦਾ ਹੀ ਐਕਟਿਵ ਹੋ ਜਾਂਦੀ ਆ, ਉਹ ਕੀ ਆ ਇਮੈਚਿਓਰ ਹੈਲਦੀ ਸੈੱਲਸ ਨੂੰ ਹੀ ਜਿਹੜੇ ਹੈਗੇ ਆ ਟਾਈਮ ਤੋਂ ਪਹਿਲੇ ਖ਼ਤਮ ਕਰ ਦਿੰਦੀ ਆ। ਅਤੇ ਉਹਦੇ ਵਿੱਚ ਇਸ ਕੇਸ ਵਿੱਚ ਕੀ ਆ, ਆਰਬੀਸੀਜ਼ ਆਪਣੀ ਯੰਗ ਯੂਵੇਲਾਈਨ ਫੇਸ ਦੇ ਵਿੱਚ ਹੀ ਛੇਤੀ ਸਪਲੀਨ ਦੁਆਰਾ ਖ਼ਤਮ ਕਰ ਦਿੱਤੇ ਜਾਂਦੇ ਆ। ਬਰਨਸ, ਜਦੋਂ ਜਲਿਆ ਹੋਵੇ, ਜਲਣ ਦੇ ਕੇਸਿਸ ਦੇ ਵਿੱਚ, ਇਨਫੈਕਸ਼ਨ ਲਾਈਕ ਹੈਪੇਟਾਈਟਸ, ਮਲੇਰੀਆ ਐਂਡ ਸੈਪਟੀਸੀਮੀਆ। ਸੋ ਇਹਨਾਂ ਇਨਫੈਕਸ਼ਨਸ ਦੇ ਵਿੱਚ ਹੋ ਸਕਦਾ। ਪੀਲੀਆ ਦੇ ਵਿੱਚ, ਮਲੇਰੀਆ ਦੇ ਵਿੱਚ ਸੈਪਟੀਸੀਮੀਆ ਹੁੰਦਾ, ਪੂਰੀ ਇਨਫੈਕਸ਼ਨ ਬਲੱਡ ਦੇ ਨਾਲ ਸਾਰੇ ਔਰਗਨਸ ਵਿੱਚ ਫੈਲ ਜਾਣਾ। ਸੋ ਡਰੱਗਸ ਸੱਚ ਐਜ਼ ਪੈਨਸਿਲਿਨ, ਮਲੇਰੀਅਲ ਡਰੱਗਸ ਐਂਡ ਸਲਫਰ ਡਰੱਗਸ, ਜਦੋਂ ਇਹ ਡਰੱਗਸ ਆਪਾਂ ਯੂਜ਼ ਕਰਦੇ ਹਾਂ ਬਾਹਰਲੀਆਂ ਦਵਾਈਆਂ ਕਿਸੇ ਬਿਮਾਰੀ ਨੂੰ ਟਰੀਟ ਕਰਨ ਵਾਸਤੇ, ਤਦ ਐਕਸਟਰਨਲ ਹੀਮੋਲਿਟਿਕ ਅਨੀਮੀਆ ਹੋ ਜਾਂਦਾ। ਪੁਆਇਜ਼ਨਿੰਗ ਬਾਈ ਕੈਮੀਕਲ ਸਬਸਟਾਂਸਿਸ ਲਾਈਕ ਲੈਡ, ਕੋਲ ਐਂਡ ਟਾਰ, ਜਦੋਂ ਇਹ ਕੈਮੀਕਲ ਸਬਸਟਾਂਸ ਬਾਡੀ ਦੇ ਵਿੱਚ ਚਲੇ ਜਾਣ ਗਲਤੀ ਦੇ ਨਾਲ, ਲੈਡ
ਹੋ ਗਿਆ ਕੋਲ ਐਂਡ ਟਾਰ, ਤਦ ਹਿਮੋਲਿਟਿਕ ਐਕਸਟਰਨਲ ਹਿਮੋਲਿਟਿਕ ਅਨੀਮੀਆ ਹੋ ਸਕਦਾ। ਪ੍ਰੈਜ਼ੈਂਸ ਆਫ ਆਈਸੋਗਲੂਟਿਨਿਨ ਲਾਈਕ NTRH, ਜੋ ਬੋਡੀ ਦੇ ਵਿੱਚ ਕੀ ਹੈ ਆਈਸੋਗਲੂਟਿਨਿਨ ਪ੍ਰੈਜ਼ੈਂਟ ਹੋਣ, ਜਿੱਦਾਂ ਕਿ NTRH ਫੈਕਟਰ। ਸੋ ਇਹ ਕੀ ਹੈ, ਇੱਕ ਨੋਰਮਲ ਬੰਦੇ ਦੇ ਦੁਆਰਾ ਪ੍ਰੋਡਿਊਸ ਕੀਤੇ ਗਏ ਗਲੂਟਿਨਿਨਸ ਹੈ ਜਿਹੜੇ ਕਿ ਦੂਸਰੇ ਬੰਦੇ ਦੇ ਆਰਬੀਸੀਜ਼ ਨੂੰ ਗਲੂਟੀਨਾਈਜ਼ ਕਰ ਸਕਦੇ ਆ। ਆਟੋਮਿਊਨ ਡਿਸੀਜ਼ ਸੱਚ ਐਜ਼ ਰੂਮੇਟਾਇਡ ਅਰਥਰਾਈਟਿਸ, ਅਲਸਰੇਟਿਵ ਕੋਲਾਈਟਿਸ, ਜਦੋਂ ਕਿਸੇ ਇੰਡੀਵਿਜੂਅਲ ਦੇ ਵਿੱਚ, ਨੋਰਮਲ ਬੰਦੇ ਦੇ ਵਿੱਚ ਕੀ ਹੈ ਰੂਮੇਟਾਇਡ ਅਰਥਰਾਈਟਿਸ ਗਠੀਆ ਹੋਵੇ, ਜਾਂ ਅਲਸਰੇਟਿਵ ਕੋਲਾਈਟਿਸ ਜਿਹੜਾ ਕਿ ਇਨਫਲਾਮੇਸ਼ਨ ਉਹਦਾ ਵਾਵਲ, ਪੇਟ ਦੇ ਨਾਲ ਰਿਲੇਟਡ ਜਿਹੜਾ ਇਸ ਸਿਸਟਮ ਦੀ ਇਨਫਲਾਮੇਸ਼ਨ ਹੋਵੇ, ਉਸ ਕੰਡੀਸ਼ਨ ਦੇ ਵਿੱਚ ਕੀ ਐਕਸਟਰਨਲ ਹਿਮੋਲਿਟਿਕ ਅਨੀਮੀਆ ਹੋ ਜਾਂਦਾ। ਨੈਕਸਟ ਟਾਈਪ ਇਜ਼ ਇੰਟ੍ਰਿੰਸਿਕ ਹਿਮੋਲਿਟਿਕ ਅਨੀਮੀਆ। ਨਾਮ ਤੋਂ ਪਤਾ ਚੱਲ ਰਿਹਾ ਇੰਟ੍ਰਿੰਸਿਕ ਮਤਲਬ ਅੰਦਰੂਨੀ, ਜਿਹੜਾ ਆਰਬੀਸੀ ਦੇ ਅੰਦਰ ਦੀ ਚੀਜ਼ ਦੇ ਕਾਰਨ ਕਰਕੇ ਹਿਮੋਲਿਟਿਕ ਅਨੀਮੀਆ ਹੋਏਗਾ, ਉਹ ਟਾਈਮ ਤੋਂ ਪਹਿਲਾਂ ਹੀ ਡਿਸਟਰੋਏ ਹੋ ਜਾਏਗਾ, ਉਹਦੀ ਡਿਸਟਰਕਸ਼ਨ ਹੋ ਜਾਏਗੀ, ਉਹਨੂੰ ਅਸੀਂ ਇੰਟ੍ਰਿੰਸਿਕ ਹਿਮੋਲਿਟਿਕ ਅਨੀਮੀਆ ਕਵਾਂਗੇ। ਇਟ ਇਜ਼ ਅ ਟਾਈਪ ਆਫ ਅਨੀਮੀਆ ਕਾਜ਼ਡ ਬਾਈ ਡਿਸਟਰਕਸ਼ਨ ਆਫ ਆਰਬੀਸੀ ਬਿਕੋਜ਼ ਆਫ ਦਾ ਡਿਫੈਕਟਿਵ ਆਰਬੀਸੀ। ਸੋ ਆਰਬੀਸੀ ਦਾ ਹੀ ਆਪਣਾ ਕੋਈ ਡਿਫੈਕਟ ਹੁੰਦਾ। ਦਿਸ ਇਜ਼ ਦੇਅਰ ਇਜ਼ ਅ ਪ੍ਰੋਡਕਸ਼ਨ ਆਫ ਅਨਹੈਲਦੀ ਆਰਬੀਸੀਜ਼ ਵਿਚ ਆਰ ਸ਼ਾਰਟ ਲਾਈਵਡ ਐਂਡ ਡਿਸਟਰੋਇਡ ਸੂਨ। ਸੋ ਇਹਦੇ 'ਚ ਕੀ ਆ, ਅਨਹੈਲਦੀ ਆਰਬੀਸੀਜ਼ ਪ੍ਰੋਡਿਊਸ ਹੁੰਦੇ ਆ ਬੋਡੀ ਦੇ ਵਿੱਚ, ਜਿਨ੍ਹਾਂ ਦੀ ਲਾਈਫ ਸਾਈਕਲ ਬਹੁਤ ਘੱਟ ਹੁੰਦਾ ਅਤੇ ਛੇਤੀ ਉਹ ਨਸ਼ਟ ਹੋ ਜਾਂਦੇ ਆ 120 ਦਿਨ ਤੋਂ ਪਹਿਲਾਂ ਹੀ। Intrinsic hemolytic anemia is often inherited and it includes sickle cell anemia and thalassemia। ਜਿਹੜਾ ਇੰਟ੍ਰਿੰਸਿਕ ਹਿਮੋਲਿਟਿਕ ਅਨੀਮੀਆ ਹੈਗਾ, ਇਹ ਪੁਸ਼ਤੈਨੀ ਬਿਮਾਰੀ ਹੈ, ਮਤਲਬ ਪੇਰੈਂਟਸ ਤੋਂ ਆਫਸਪ੍ਰਿੰਗਸ, ਉਹਨਾਂ ਦੇ ਬੱਚਿਆਂ ਦੇ ਵਿੱਚ ਅਤੇ ਉਸ ਤੋਂ ਅੱਗੇ ਉਹਨਾਂ ਦੇ ਬੱਚਿਆਂ ਵਿੱਚ ਚੱਲਦਾ ਰਹਿੰਦਾ, ਮਤਲਬ ਜੀਨਸ ਇਨਵੋਲਵਡ ਹੁੰਦੀਆਂ ਕਿਸੇ ਫੈਮਿਲੀ ਦੀਆਂ, ਜਿਹੜੀਆਂ ਅੱਗੇ ਅੱਗੇ ਐਕਸਪ੍ਰੈਸ ਹੋ ਕੇ ਬਿਮਾਰੀ ਕਰਦੀਆਂ ਰਹਿੰਦੀਆਂ। ਸੋ ਇੰਟ੍ਰਿੰਸਿਕ ਫੈਕਟਰ ਨੂੰ ਫਰਦਰ ਆਪਾਂ ਸਿਕਲ ਸੈਲ ਅਨੀਮੀਆ ਅਤੇ ਥੈਲਸੀਮੀਆ ਦੇ ਵਿੱਚ ਵੰਡ ਸਕਦੇ ਹਾਂ, ਜਿਹੜੇ ਅਸੀਂ ਆਉਣ ਵਾਲੇ ਲੈਕਚਰਸ ਦੇ ਵਿੱਚ ਵੱਖ-ਵੱਖ ਲੈਕਚਰਾਂ 'ਚ ਆਪਾਂ ਸਟੱਡੀ ਕਰਾਂਗੇ। Because of the abnormal shape in sickle cell anemia and thalassemia, the RBC become more fragile and susceptible for hemolysis। ਕਿਉਂਕਿ ਸਿਕਲ ਸੈਲ ਅਨੀਮੀਆ ਅਤੇ ਥੈਲਸੀਮੀਆ ਦੇ ਜਿਹੜਾ ਕਿ ਇਹ ਇੰਟ੍ਰਿੰਸਿਕ ਹਿਮੋਲਿਟਿਕ ਦੀਆਂ ਫਰਦਰ ਕਿਸਮਾਂ ਹੈ, ਇਹਦੇ ਵਿੱਚ RBC ਜਿਹੜਾ ਹੈ ਜ਼ਿਆਦਾ ਕੱਚਾ ਹੋ ਜਾਂਦਾ ਹੈ ਅਤੇ ਇਹਦੀ ਸ਼ੇਪ 'ਚ ਵੀ ਫਰਕ ਪੈ ਜਾਂਦਾ ਹੈ, ਅਤੇ ਜਿਸ ਕਰਕੇ ਉਹ ਕੀ ਆ ਛੇਤੀ ਲਾਈਸ ਹੋ ਜਾਂਦੇ ਆ, ਅਤੇ ਇਸ ਨੂੰ ਆਪਾਂ ਐਕਸਟੈਂਸਿਕ ਹਿਮੋਲਿਟਿਕ ਅਨੀਮੀਆ ਕਹਿੰਦੇ ਹਾਂ। ਅਤੇ ਇਹਦੇ ਨਾਲ ਤੁਹਾਡਾ ਓਵਰਆਲ ਹਿਮੋਲਿਟਿਕ ਅਨੀਮੀਆ ਜਿਹੜਾ ਕਵਰ ਹੋ ਜਾਂਦਾ। ਥੈਂਕਸ।